ਮੈਂ ਅੱਜ ਕੱਲ੍ਹ ਰੀਲਾਂ ਵੇਖ ਰਿਹਾ ਚੜ੍ਹਦੇ ਪੰਜਾਬ ਦੀਆਂ, ਜਿਹਦੇ ਵਿੱਚ ਦੋ ਪਾਸੇ ਦੀਆਂ ਚੀਜ਼ਾਂ ਨਜ਼ਰ ਆ ਰਹੀਆਂ। ਇੱਕ ਜਿਹੜੀ ਕਾਬਲੇ ਗੌਰ ਹੈ ਉਹ ਇਹ ਵੇ ਕਿ ਜਿਹੜੇ ਲੋਕਾਂ ਸਾਨੂੰ ਉਸ ਵੇਲੇ ਆਪਸ 'ਚ ਲੜਾਇਆ, ਸਿੱਖਾਂ ਨੂੰ ਜਾਂ ਪੰਜਾਬੀ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ, ਉਹ ਹੁਣ ਫੇਰ ਐਕਟਿਵ ਹੋਏ ਨੇ। ਉਹ ਰਾਹ ਦੇ ਖੜੇ ਕੀਤੇ ਲੋਕ ਨੇ, ਕਿਹਨਾਂ ਦੇ ਖੜੇ ਕੀਤੇ ਲੋਕ ਨੇ ਰੱਬ ਬਿਹਤਰ ਜਾਣਦਾ। ਲੇਕਿਨ ਉੱਥੇ ਫਿਰ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਮੁਸਲਮਾਨਾਂ ਨਾਲ ਨੇੜਾ ਕਰਕੇ ਬੜਾ ਗਲਤ ਕਰ ਰਹੇ ਜੇ, ਅਤੇ ਆਹ ਵੇਖੋ ਜੀ ਆਹ ਫਲਾਨੀ ਚੀਜ਼ ਆ, ਫਲਾਨੀ ਚੀਜ਼। ਉਹ ਇੱਕ ਬਾਬਾ ਜਿਹਾ ਜਿਹੜਾ ਉਹ ਚੋਗਾ ਜਿਹਾ ਪਾ ਕੇ, ਬਰੂਪੀਆ ਜਿਹਾ ਪੰਜਾਬੀ ਬੋਲਦਾ, ਸਿੱਖਾਂ ਵਾਲਾ ਚੋਗਾ ਪਾ ਕੇ ਅਤੇ ਸਨਾਤਨ ਧਰਮ ਦੀ ਜਿਹੜੀ ਤਬਲੀਗ ਕਰਦਾ ਪਿਆ, ਬਿਲਵਾਸਤਾ ਤੌਰ 'ਤੇ, ਇਨਡਾਇਰੈਕਟਲੀ। ਇੰਜ ਦੇ ਕਿਰਦਾਰ ਇੱਧਰ ਵੀ ਬਹੁਤ ਨੇ ਜਿਹੜੇ ਪੰਜਾਬੀਆਂ ਨੂੰ ਸਿੱਖਾਂ ਦੇ ਖਿਲਾਫ, ਪੰਜਾਬੀ ਮੁਸਲਮਾਨਾਂ ਨੂੰ ਸਿੱਖਾਂ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਜ ਤੁਸੀਂ ਬਤੌਰ ਕੌਮ ਸਰਵਾਈਵ ਕਰਨਾ ਤੇ ਤੁਹਾਨੂੰ ਅਕਲ ਦੀ, ਸਮਝ ਬੂਝ ਦੀ ਲੋੜ ਏ, ਡਾਂਗ ਸੋਟੇ ਦੀ ਲੋੜ ਨਹੀਂ। ਤੁਹਾਨੂੰ ਅੱਖਾਂ ਖੁੱਲ੍ਹੀਆਂ ਰੱਖਣ ਦੀ ਲੋੜ ਏ, ਤੁਹਾਨੂੰ ਆਪਣਾ ਮੁਸ਼ਾਹਦਾ ਤੇ ਚੇਤਾ ਮਜ਼ਬੂਤ ਰੱਖਣ ਦੀ ਲੋੜ ਏ। ਇਹਨਾਂ ਲੋਕਾਂ ਨਾਲ ਇਹ ਜਿਹੜੇ ਗੈਰ ਪੰਜਾਬੀ ਜਿਨ੍ਹਾਂ ਸਾਨੂੰ ਉਦੋਂ ਵੀ ਲੜਾਇਆ ਬਾਹਰ ਦੀਆਂ ਕੁਵਤਾਂ ਨੇ ਨਾਲ ਰਲ ਕੇ, ਤੇ ਹੁਣ ਵੀ ਇਹ ਕੰਸਪੀਰੇਸੀ ਸਟਾਰਟ ਹੋ ਚੁੱਕੀ। ਪੰਜਾਬ 'ਚ ਜਿਹੜੇ ਹੜ੍ਹ ਆਏ ਨੇ, ਉੱਧਰ ਆਏ ਨੇ ਡੈਮ। ਹਕੀਕਤ ਇਹ ਹੀ ਹੈ ਕਿ ਡੈਮ ਦੋਵਾਂ ਚੀਜ਼ਾਂ ਕੰਟਰੋਲ ਕਰ ਸਕਦਾ ਹੈ। ਹੜ੍ਹ ਲਿਆ ਵੀ ਸਕਦਾ ਹੈ ਅਤੇ ਹੜ੍ਹ ਦੀ ਸ਼ਿੱਦਤ ਘੱਟ ਕਰਨ ਦੇ ਵਿੱਚ ਵੀ ਮਾਵਨ ਮਦਦਗਾਰ ਸਾਬਤ ਹੋ ਸਕਦਾ ਹੈ। ਜੇ ਤੁਸੀਂ ਵੇਲੇ ਸਿਰ ਉਹਨੂੰ ਵਿਹਲਾ ਕਰ ਲਓ, ਉਹਦੇ 'ਚ ਗੁੰਜਾਇਸ਼ ਪੈਦਾ ਕਰ ਲਓ, ਤਾਂ ਤੁਸੀਂ ਉਹਦੀ ਇੰਟੈਂਸਿਟੀ ਘੱਟ ਕਰ ਸਕਦੇ ਹੋ। ਲੇਕਿਨ ਇਹ ਕੰਮ ਉੱਥੇ ਨਹੀਂ ਹੋਇਆ ਹਿੰਦੁਸਤਾਨ 'ਚ। ਹੁਣ ਇਹਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ, ਔਰ ਉਹਦੇ ਨਾਲ ਕੀ ਹੋਇਆ ਕਿ ਇੱਕ ਤੀਰ ਨਾਲ ਉਹਨਾਂ ਦੋਸ਼ਕਾਰ ਕੀਤੇ ਨੇ। ਇੱਕ ਤਾਂ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਨਾਲ ਉਹਨਾਂ ਨੂੰ ਕੋਈ ਦਰਦ ਨਹੀਂ, ਕੋਈ ਹਮਦਰਦੀ ਨਹੀਂ ਹੈ। ਉਹਨਾਂ ਨੂੰ ਪਤਾ ਸੈਲਾਬ ਆਇਆ, ਹੜ੍ਹ ਆਇਆ ਅਤੇ ਇੱਥੇ ਹੀ ਆਉਣਾ, ਅਤੇ ਇੱਥੋਂ ਅਗਾਂਹ ਟੱਪ ਕੇ ਜਿਹੜਾ ਮੁਤਾਸਰ ਹੋਣਾ, ਫਿਰ ਲਹਿੰਦਾ ਪੰਜਾਬ ਹੋਣਾ, ਪਾਕਿਸਤਾਨ ਮੁਤਾਸਰ ਹੋਣਾ। ਅਤੇ ਯਕੀਨਨ ਇਹ ਜਿਹੜੀ ਇੱਕ ਕਨਸਪੀਰੇਸੀ ਥਿਊਰੀ ਨਹੀਂ ਹੈ, ਇਹ ਨਿਰਾ ਕੋਈ ਸਾਜ਼ਿਸ਼ੀ ਮਫਰੂਜ਼ਾ ਨਹੀਂ ਹੈ। ਇਹ ਗੱਲ ਸਮਝ ਆਉਣ ਵਾਲੀ, ਜਿਹੜੀ ਗੱਲ ਸਮਝ ਆਉਣ ਵਾਲੀ ਹੋਵੇ ਉਹਨੂੰ ਨਿਰਾ ਸਾਜ਼ਿਸ਼ੀ ਮਫਰੂਜ਼ਾ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ। ਅਤੇ ਇਸ ਵਾਸਤੇ ਜਿੰਨੇ ਵੀ ਪੰਜਾਬੀ ਵੀਰ ਹੋ, ਮੈਂ ਕਦੀ ਵੀ ਇਸ ਆਈਡੀਏ ਦੇ ਹੱਕ 'ਚ ਨਹੀਂ ਰਿਹਾ। ਉਹ ਮਾੜੀ ਜਿਹੀ ਮਿਸਾਲ ਹੈ ਖਸਮ ਵਾਲੀ, ਵੀ ਖਸਮ ਕੀਤਾ, ਮਾੜਾ ਕੀਤਾ ਅਤੇ ਕਰਕੇ ਛੱਡ ਦਿੱਤਾ ਅਤੇ ਹੋਰ ਮਾੜਾ ਕੀਤਾ। ਅਤੇ ਅਸੀਂ ਜੇ ਅੱਡ ਹੋ ਗਏ 47 'ਚ, ਅਤੇ ਉਹ ਬਹੁਤ ਮਾੜਾ ਹੋਇਆ, ਬੜਾ ਗਲਤ ਫੈਸਲਾ ਸੀ। ਅਤੇ ਬੇਵਕੂਫੀ ਉਹਨਾਂ ਬਜ਼ੁਰਗਾਂ ਦੀ ਜਿਹੜੇ ਆਪ 'ਚ ਲੜੇ ਇਹ ਧਰਮਾਂ ਦੀ ਬੁਨਿਆਦ 'ਤੇ, ਔਰ ਇੱਕ ਦੂਜੇ ਦੀ ਵੱਢ ਟੋਕ ਕੀਤੀ, ਔਰ ਲੋਕਾਂ ਦੀ ਲਾਈ ਅੱਗ ਸਮਝੀ ਨਾ ਅਤੇ ਇੱਕ ਦੂਜੇ ਨੂੰ ਸਾੜ ਛੱਡਿਆ। ਹੁਣ ਅਸੀਂ ਉਸ ਰੀਯੂਨੀਫਿਕੇਸ਼ਨ ਦੇ ਨਹੀਂ ਕਹਿੰਦੇ ਕਿ ਕੋਈ ਗ੍ਰੇਟਰ ਪੰਜਾਬ ਬਣ ਜਾਏ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਤਾਲੁਕ ਹੈ, ਸਾਡਾ ਜਿਹੜਾ ਭਾਈਚਾਰਾ ਹੈ, ਭਰਪੀ ਹੈ ਸਿੱਖਾਂ ਨਾਲ ਜਾਂ ਹਿੰਦੂ ਪੰਜਾਬੀਆਂ ਨਾਲ ਵੀ ਈਵਨ, ਜਾਂ ਸਾਡੇ ਜਿਹੜੇ ਮਸੀਹੀ ਪੰਜਾਬੀ ਨੇ, ਜੋ ਵੀ ਪੰਜਾਬੀ ਹੈ ਉਹਦੇ ਨਾਲ ਬਿਹਤਰੀਨ ਹੋਣਾ ਚਾਹੀਦਾ। ਸਾਡੀ ਭਾਈਬੰਦੀ ਬਿਹਤਰੀਨ ਹੋਣੀ ਚਾਹੀਦੀ ਹੈ। ਔਖੇ ਸੌਖੇ ਵੇਲੇ ਸਾਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ, ਇਵੇਂ ਹੀ ਕੰਮ ਆਉਣਾ ਚਾਹੀਦਾ ਜਿਵੇਂ ਗੁਆਂਢੀ ਇੱਕ ਦੂਜੇ ਦੇ ਕੰਮ ਆਉਂਦੇ ਨੇ। ਅਤੇ ਸਾਨੂੰ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ, ਚੁੱਕਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਇਹ ਬੜੇ ਸਮਾਰਟ ਨੇ ਯੂਪੀ ਵਾਲੇ ਹਿੰਦੂ ਅਤੇ ਯੂਪੀ ਵਾਲੇ ਮੁਸਲਮਾਨ ਵੀ ਸਾਰੇ, ਅਤੇ ਉਹ ਹੋਰ ਵੀ ਜਿਹੜੀਆਂ ਯੂਪੀ 'ਚ ਧਰਮਵਾਦ ਨੇ ਜਾਂ ਲੋਕਵਾਦ ਨੇ, ਜਾਂ ਜਿਹੜੇ ਬਾਹਰ ਨੇ ਐਂਟੀ ਪੰਜਾਬ ਲੋਕ ਨੇ, ਗੈਰ ਪੰਜਾਬੀ ਨੇ, ਇਹ ਬੜੇ ਸਮਾਰਟਲੀ ਸਾਨੂੰ ਲੜਾਉਂਦੇ ਨੇ, ਬੜੀ ਬਰੀਕ ਕਾਰਵਾਈ ਪਾਉਂਦੇ ਨੇ। ਅਤੇ ਇਹਨਾਂ ਦੀ ਬਰੀਕ ਕਾਰਵਾਈ ਨੂੰ ਸਮਝਣ ਵਾਲਾ ਜਿਹੜਾ ਹੈ ਨਾ, ਉਹ ਪੰਜਾਬੀ ਅੱਜ ਪੰਜਾਬੀ ਸੂਰਮਾ ਹੈ। ਉਹ ਨਹੀਂ ਜਿਹੜਾ ਇੱਥੇ ਡਾਂਗ ਚੁੱਕ ਕੇ ਅਤੇ ਦੁਨਾਲੀਆਂ ਚੁੱਕ ਕੇ ਅਤੇ ਗਾਣੇ ਬਣਾਈ ਜਾਂਦਾ, ਉਹ ਨਹੀਂ। ਸੂਝਵਾਨ ਜਿਹੜਾ ਹੈ ਉਹ ਪੰਜਾਬੀ ਸੂਰਮਾ ਹੈ, ਚੇਤੇ ਰੱਖਿਆ ਜੀ।